अम्मार हुन गबरू जुड़ते जंदन रासी जिंदाबाद पंजाबी। अस्सलाम वालेकुम नाजरीन, मैं हूं आपकी मेज़बान हुस्ना तारिक डेली सरजमीन के साथ। तो नाजरीन, जैसे कि शेर में आपने जान ही लिया होगा कि आज हम बात कर रहे हैं पंजाबी शायर अम्मार खालिद भुट्टा की, जो कि हमारे साथ मौजूद हैं और आजकल सोशल मीडिया की सेंसेशन बने हुए। अस्सलाम वालेकुम अम्मार, क्या हाल है आपका? वालेकुम सलाम। अल्लाह दा करम है, दुआवां बेहतरीन। अच्छा, ਤੁਹਾਡੀ ਪੰਜਾਬੀ ਬੜੀ ਕਮਾਲ ਹੈ। ਇੰਨੀ ਗ੍ਰਿਪ ਆਉਣ 'ਚ ਕਿੰਨਾ ਕੁ ਟਾਈਮ ਲੱਗਿਆ ਤੁਹਾਨੂੰ? लोग यही समझते हैं कि मैनू सिर्फ और सिर्फ 2-1 साल लगे ने शायरी दे विच मतलब अरूज फदण ते, लेकिन इस दे पिछे तकरीबन मेरी 10-12 साल की मेहनत है। और मेरी 10-12 साल की लोग मेहनत इग्नोर करके तो सिर्फ ये समझते हैं कि अचानक आया और अचानक छा गया। बस 2-1 साल लगे ने। वैसे मुशायरे पढ़ते हैं, लेकिन उससे पहले मेरी 10-12 साल की मेहनत है। ਤੇ ਜਿਹੜੀ ਤੁਹਾਡੀ 10-12 ਸਾਲ ਦੀ ਮਿਹਨਤ ਹੈ, ਮੈਂ ਵੀ ਪੰਜਾਬੀ 'ਚ ਗੱਲ ਕਰਨਾ ਚਾਹਾਂਗੀ, ਜੇ ਗਲਤੀ ਹੋ ਜਾਏ ਤੇ ਮਾਜ਼ਰਤ। ਤੇ ਜਿਹੜੀ ਤੁਹਾਡੀ 10-12 ਸਾਲ ਦੀ ਮਿਹਨਤ ਹੈ, ਤੁਹਾਡੀ ਇਨਸਪੀਰੇਸ਼ਨ ਕੌਣ ਬਣਿਆ? इंस्पायरेशन मेरी मेरे उस्ताद ने मार रियाज सियाल साहब बड़े वड्डे शायर होए ने। उस अलावा एक शायर होए ने साडी धरती दे अल्ताफ बरवाना साहब, उन्हां दा बड़ा मैं दौड़े दा बड़ा मदां। मेरी कोशिश रहिंदी कि मैं उन्हां नूं अपनी नज़र दे विच रख के उन्हां दे वर्गे दौड़े लिखां जी। ਤੇ ਇਹਦੇ ਲਈ ਕੋਈ ਖਾਸ ਟਿਪਸ ਹੁੰਦੀ ਹੈ, ਕੋਈ ਕੈਲਕੂਲੇਸ਼ਨ ਹੁੰਦੀ ਕਿ ਜੀ ਇਹ ਲਫ਼ਜ਼ਾਂ ਲਿਖਣਾ ਹੈ, ਇਹ ਇੰਜ ਹੋਣਾ ਹੈ ਤੇ ਇਹ ਵਾਲੇ ਜੁਮਲੇ ਪਹਿਲੇ ਆਣੇ ਹੈ ਬਾਅਦ ਚੋਂ ਆਣੇ, ਕਿ ਕਿਸ ਤਰ੍ਹਾਂ ਹੈ ਕਿ ਇਹ ਕੁਦਰਤ ਦੀ ਦਿੱਤੀ ਹੈ? नहीं कैलकुलेशन होंदी तो है, लेकिन जिहड़ी बहरां और अरूज होंदे ने वो इंसान जमदियां नाल अपने सीने दे विच लै के जमदा है, लेकिन इनकी कैलकुलेशन होंदी है। ਉਹਦੀ और ਪਹਿਚਾਣ ਕਦੋਂ ਹੁੰਦੀ ਹੈ ਤੇ ਕੌਣ ਕਰਾਉਂਦਾ ਹੈ ਕਿ ਬਈ ਇਹ ਬੰਦਾ ਇਸ ਲਾਇਕ ਹੈ ਜਾਂ ਇਸ ਬੰਦੇ 'ਚ ਇਹ ਫਨ ਪਾਇਆ ਜਾਂਦਾ, ਇਹਨੂੰ ਇਹੀ ਲੈ ਕੇ ਅੱਗੇ ਵਧਣਾ ਚਾਹੀਦਾ? ਉਹ ਕੋਈ ਬੰਦਾ ਵੀ ਨਹੀਂ ਕਰਵਾਉਂਦਾ ਹੁੰਦਾ। ਉਸ ਤੁਹਾਡੇ ਆਪਣੇ ਅੰਦਰ ਜਿਹੜੀ ਤੁਹਾਡੀ ਰੂਹ ਹੈ ਨਾ, ਉਹ ਤੁਹਾਨੂੰ ਦੱਸਦੀ ਕਿ ਯਾਰ ਤੁਹਾਡੇ ਵਿੱਚ ਇਹ ਫਨ ਹੈ, ਇਸ ਨੂੰ ਤੁਸੀਂ ਲੈ ਕੇ ਟੁਰੋ। ਬਾਕੀ ਅਰੂਜ਼ ਜਿਹੜੇ ਹਨ ਉਹ ਸਿੱਖਣੇ ਚਾਹੀਦੇ ਹਨ। ਸ਼ਾਇਰੀ ਦੇ ਵਿੱਚ ਹੁਣ ਦੋੜਾ ਲਿਖਣ ਦੇ ਅਰੂਜ਼ ਹਨ, ਉਹ ਬੜੇ ਮੁਸ਼ਕਿਲ ਨੇ। ਸਾਡੇ ਦੋੜੇ ਨੂੰ ਖਾਸ ਤੌਰ 'ਤੇ ਸਿਰਫ ਦੋੜੇ ਨੂੰ ਲਾਹੌਰ ਦੇ ਸ਼ੋਰਾ ਜਾਂ ਬਾਕੀ ਜਿਤਨੇ ਗਜ਼ਲ ਦੇ ਸ਼ੋਰਾ ਨੇ ਉਹ ਬੜਾ ਇਗਨੋਰ ਕਰਦੇ ਨੇ, ਔਰ ਉਹ ਅਰੂਜ਼ੀ ਤੌਰ 'ਤੇ ਸਾਡੇ ਦੋੜੇ ਨੂੰ ਠੀਕ ਨਹੀਂ ਆਉਂਦੇ ਹੁੰਦੇ। ਲੇਕਿਨ ਇਹ ਅਗਰ, ਔਰ ਮੈਂ ਇਹ ਵੀ ਦਾਅਵਾ ਕਰਦਾ ਕਿ ਸਾਡੇ ਜਿਤਨੇ ਵੀ ਲਾਹੌਰ ਦੇ ਸ਼ੋਰਾ ਨੇ, ਜਿਹੜੇ ਗਜ਼ਲ ਦੇ ਸ਼ੋਰਾ ਜਿਹੜਾ ਦਾਅਵਾ ਕਰਦਾ ਕਿ ਗਜ਼ਲ ਦੇ ਸ਼ਾਇਰ ਜਿਹੜੇ ਦੋੜੇ ਦੇ ਸ਼ਾਇਰ ਨਾ, ਇਹ ਪ੍ਰੋਪਰ ਸ਼ਾਇਰ ਨਹੀਂ ਹੁੰਦੇ। ਮੈਂ ਉਹਨਾਂ ਨੂੰ ਚੈਲੰਜ ਕਰਦਾ ਕਿ ਦੋੜਾ ਲਿਖ ਕੇ ਵਿਖਾ ਦਿਓ। ਅਸੀਂ ਤੁਹਾਨੂੰ ਗਜ਼ਲ ਵੀ ਲਿਖ ਦੇਵਾਂਗੇ, ਨਜ਼ਮ ਵੀ ਲਿਖ ਦੇਵਾਂਗੇ, ਬੋਲੀ ਟੱਪਾ ਮਾਇਆ ਜੋ ਤੁਸੀਂ ਆਖੋ ਅਸੀਂ ਲਿਖ ਦਿਆਂਗੇ। ਤੁਸੀਂ ਸਿਰਫ ਔਰ ਸਿਰਫ ਸਾਨੂੰ ਦੋੜਾ ਲਿਖ ਕੇ ਵਿਖਾ ਦਿਓ। ਇਹ ਦੋੜਾ ਕੀ ਹੁੰਦਾ ਹੈ, ਜ਼ਰਾ ਐਲੈਬੋਰੇਟ ਕਰੋਗੇ ਪਲੀਜ਼? ਦੋੜਾ 4 ਮਿਸਰਿਆਂ ਤੇ ਇੱਕ ਸ਼ੇਰ ਹੁੰਦਾ ਹੈ, ਜਿਸ ਦੇ ਵਿੱਚ 4 ਮਿਸਰੇ ਦੇ ਵਿੱਚ ਕਾਫੀਆ ਸੇਮ ਹੁੰਦਾ ਹੈ, ਰਦੀਫ ਸੇਮ ਹੁੰਦਾ ਹੈ, ਔਰ ਉਹਦੇ ਵਿੱਚ ਇੱਕ ਹੀ ਮਜ਼ਮੂਨ ਨੂੰ ਲੈ ਕੇ ਤੁਸੀਂ ਇਲੈਬੋਰੇਟ ਕਰਨਾ ਹੁੰਦਾ। ਉਸ ਲਈ ਤੁਸੀਂ ਇੰਝ ਸਮਝ ਲਓ ਕਿਤਾਬ ਨੂੰ ਤੁਸੀਂ ਰੱਖ ਕੇ, ਕਿਤਾਬ ਨੂੰ ਪੜ੍ਹ ਕੇ ਵਿੱਚ 4 ਮਿਸਰੇ ਕੱਢਣੇ, ਔਰ 4 ਮਿਸਰਿਆਂ ਦੇ ਵਿੱਚ ਤੁਸੀਂ ਪੂਰੀ ਕਿਤਾਬ ਡਿਫਾਈਨ ਕਰਨੀ ਹੈ। ਤੁਹਾਡਾ ਕੋਈ ਐਸਾ ਦੋੜਾ ਹੈ ਜਿਹੜਾ ਬੜਾ ਵਾਇਰਲ ਗਿਆ ਹੈ? ਮੇਰੇ ਬੜੇ ਦੋੜੇ ਵਾਇਰਲ ਗਿਆ ਨੇ। ਮੇਰਾ ਹੁਣ ਇਸ ਟਾਈਮ ਮਾਹੌਲ ਦੇ ਮੁਤਾਬਿਕ ਵੀ ਠੱਡ ਬੜੀ ਪਾਉਂਦੀ ਪਈ ਹੈ। ਜਿਹੜਾ ਔਖਾ ਦੌਰ ਵੀ ਆ ਜਾਵੇ, ਹਾਲਾਤ ਨੂੰ ਵੇਖ ਕੇ ਹੱਸ ਲਵੀਏ, ਹੁੰਦਾ ਕੋਈ ਨੂੰ ਲੱਗਦਾ ਦੁਨੀਆ ਤੇ ਮੇਰਾ ਦਿਲ ਏ ਮੁਲਕ ਨੂੰ ਦੱਸ ਲਵੀਏ। ਅਮਾਰ ਹਲਾਲੀ ਲੜਦੇ ਨਹੀਂ, ਜੇ ਲੜ ਵੀ ਪੈਣ ਤਾਂ ਰਸ ਲਵੀਏ, ਹੋਵੇ ਜਿਹੜੀ ਸਖਤੀ ਮੌਸਮ ਵਿੱਚ ਅੱਗ ਆਪਣੀ ਬਾਲ ਕੇ ਚੱਸ ਲਵੀਏ। ਇਹਦੇ ਤੁਸੀਂ ਵਾਹ ਜੀ ਵਾਹ, ਕਮਾਲ ਹੋ ਗਿਆ। ਦਾਸਤਾਨ ਹੈ ਇਸ ਦੇ ਵਿੱਚ। ਇੱਕ ਦੋੜਾ ਹੈ, ਇਹਦੇ ਵਿੱਚ ਤੁਸੀਂ ਹੁਣ ਪੂਰੀ ਇਲੈਬੋਰੇਟ ਕਰ ਸਕਦੇ ਹੋ, ਪੂਰੀ ਇਸ ਤੇ ਕਿਤਾਬ ਲਿਖ ਸਕਦੇ ਹੋ। ਇਤਨੀ ਵੱਡੀ ਸਿਨਫ ਹੈ ਵਾਲੀ। ਤੇ ਇਹ ਟਾਈਮ ਟੇਕਿੰਗ ਪ੍ਰੋਸੈਸ ਹੈ ਸਾਰਾ? ਟਾਈਮ ਟੇਕਿੰਗ ਪ੍ਰੋਸੈਸ ਨਹੀਂ। ਅਗਰ ਤੁਸੀਂ ਇੱਕ ਤੁਹਾਨੂੰ ਅਤਾ ਹੋ ਗਈ ਹੈ ਨਾ। ਹੁਣ ਮੇਰਾ ਇੱਕ ਸ਼ੇਰ ਜਿੰਦੇ ਮੋਢਿਆਂ ਤੇ ਅਸਨੈਨ ਪਲੇ, ਸਿਰ ਤੇ ਸਰਵਰ ਕੌਨੈਨ ਦੇ ਹੱਥ, ਜਿੰਦਾ ਕੁੰਭਾ ਜੰਨਤ ਦਾ ਮਾਲਿਕ ਹੈ, ਪਾਣੀ ਮਗਰ ਕੋ ਹਾਏ ਬੇਚੈਨ ਦੇ ਹੱਥ। ਅਮਾਰ ਬਚਾਇਆ ਕੋਈ ਵੀ ਨਹੀਂ, ਖਾਲੀ ਰਹਿ ਗਏ ਹਨ ਸ਼ਾਹ ਜ਼ੈਨ ਦੇ ਹੱਥ, ਕਿਹੜਾ ਜਿਗਰਾ ਇਬਰਾਹੀਮ ਦੇ ਮੌਲਾ ਅਸਗਰ ਦੀ ਲਾਸ਼ ਹੁਸੈਨ ਦੇ ਹੱਥ। ਇਹ ਜਿਹੜਾ ਸ਼ੇਰ ਹੈ ਨਾ, ਮੈਂ ਇੱਕ ਮੁਸ਼ਾਇਰੇ 'ਤੇ ਪੜ੍ਹ ਰਿਹਾ ਹਾਂ, ਤੇ ਪਿੱਛੋਂ ਬੜੇ ਮੇਰੇ ਸੀਨੀਅਰ ਸ਼ਾਇਰ ਮੇਰੇ ਉਸਤਾਦਾਂ ਨੇ ਮੈਨੂੰ ਇਹ ਕਿਹਾ ਕਿ ਪੁੱਤਰ ਤੇਰਾ ਸ਼ੇਰ 60 ਸਾਲ ਦੀ ਉਮਰ ਦਾ, ਮਤਲਬ ਤੁਸੀਂ 60 ਸਾਲ ਦੀ ਉਮਰ ਜਾ ਕੇ ਸ਼ੇਰ ਲਿਖਣ ਆਈ, ਔਰ ਤੂੰ ਇਸ ਉਮਰੇ ਲਿਖਿਆ। ਇਹ ਸ਼ੇਰ ਮੈਂ ਲਿਖਣ ਤੇ ਮੈਨੂੰ ਅਗਰ ਜ਼ਿਆਦਾ ਟਾਈਮ ਲੱਗਾ ਤਾਂ ਮੈਨੂੰ 3 ਮਿੰਟ ਲੱਗੇ ਹੋਣੇ ਨੇ। ਕੁਦਰਤ ਦੀ ਅਤਾ? ਇਹ ਕੁਦਰਤ ਦੀ ਅਤਾ ਹੁੰਦੀ ਹੈ। ਤੁਹਾਨੂੰ ਮਿਸਰਾ ਅਤਾ ਹੋ ਜਾਣਾ ਜਾਂ ਸ਼ੇਰ ਅਤਾ ਹੋ ਜਾਣਾ, ਵੱਡੀ ਰੱਬ ਦੀ ਅਤਾ ਹੁੰਦੀ ਹੈ। ਆਪਣੇ ਨਾਲ ਤੁਸੀਂ ਅਗਰ ਤੁਸੀਂ ਖੁਦ ਸ਼ਾਇਰੀ ਕਰਨ ਬਹਿ ਜਾਓ, ਫਿਰ ਉਹ ਸ਼ਾਇਰੀ ਕੋਈ ਨਹੀਂ ਹੁੰਦੀ, ਫਿਰ ਉਹ ਬਸ ਐਵੇਂ ਤਖਲੀਕ ਹੁੰਦੀ ਹੈ, ਅਤਾ ਨਹੀਂ ਹੁੰਦੀ। ਅੱਛਾ, ਅਕਸਰ ਸੁਣਨ ਵਿੱਚ ਆਉਂਦਾ ਹੈ ਕਿ ਜੀ ਨੌਜਵਾਨ ਜਿਹੜੇ ਨੇ ਉਹ ਲਿਖ ਤੇ ਲੈਂਦੇ ਨੇ, ਉਹ ਭਾਵੇਂ ਕੋਈ ਸਟੋਰੀ ਲਿਖਣ ਜਾਂ ਸ਼ਾਇਰੀ ਲਿਖਣ, ਕੁਝ ਵੀ ਉਹ ਲਿਖ ਤੇ ਲੈਂਦੇ ਨੇ, ਤੇ ਉਹਨਾਂ ਨੂੰ ਸਮਝ ਨਹੀਂ ਹੁੰਦੀ ਕਿ ਉਹਨਾਂ ਨੇ ਲਿਖਿਆ ਕੀ ਹੈ। ਉਹਨਾਂ ਨੂੰ ਅੰਡਰਸਟੈਂਡਿੰਗ ਨਹੀਂ ਹੁੰਦੀ ਕਿ ਇਸ ਲਫ਼ਜ਼ ਦੀ ਡੈਪਥ ਕਿੰਨੀ ਹੈ, ਇਸ ਲਫ਼ਜ਼ ਦਾ ਮਤਲਬ ਕੀ ਹੈ, ਜਾਂ ਇਹ ਜਿਸ ਰਾਏ ਅਸੀਂ ਪੈ ਰਹੇ ਹਾਂ, ਜਿਹੜੀ ਅਸੀਂ ਲਾਈਨ ਲਿਖ ਰਹੇ ਹਾਂ, ਇਹ ਕਿੱਥੇ ਜਾ ਕੇ ਨਿਕਲਣਾ, ਇਹਦੀ ਗਹਿਰਾਈ ਕੀ ਹੈ। ਤੇ ਕੀ ਤੁਹਾਨੂੰ ਉਹ ਸੈਂਸ ਹੈਗੀ, ਤੁਸੀਂ ਸਮਝਦੇ ਹੋ ਕਿ ਤੁਸੀਂ ਉਹਦੀ ਗਹਿਰਾਈ ਨੂੰ ਸਮਝ ਜਾਂਦੇ ਹੋ? ਵੇਖੋ ਜੀ, ਮੈਂ ਕੋਈ ਵੀ ਚੀਜ਼ ਲਿਖਣ ਬਵਾਂ ਨਾ, ਤੇ ਮੈਂ ਸੋਚ ਲੈਂਦਾ ਕਿ ਯਾਰ ਇਹਨੂੰ ਮੈਂ ਕੱਤੇ ਦੀ ਫਾਰਮ ਵਿੱਚ ਲਿਖਣਾ ਹੈ, ਮੈਂ ਦੌੜ ਦੀ ਫਾਰਮ ਵਿੱਚ ਲਿਖਣਾ ਹੈ, ਮੈਂ ਗਜ਼ਲ ਲਿਖਣੀ ਹੈ, ਇਸ ਉੱਤੇ ਮੈਂ ਬੋਲੀ ਲਿਖਣੀ ਜਾਂ ਮੈਂ ਟੱਪਾ ਲਿਖਣਾ ਹੈ। ਤੁਹਾਨੂੰ ਪਤਾ ਲੱਗ ਜਾਂਦਾ ਕਿ ਖਿਆਲ ਕਿਤਨਾ ਵਸੀ ਹੈ, ਤੁਸੀਂ ਖਿਆਲ ਕਿਹੜੀ ਸ਼ੈ ਦੇ ਵਿੱਚ ਪ੍ਰੋਪਰ ਬਣ ਸਕਦੇ ਹੋ। ਇਹ ਮੁਸ਼ਕਿਲ ਨਹੀਂ ਹੁੰਦਾ, ਤੁਸੀਂ ਖੁਦ ਸੈਂਸੇਸ਼ਨ ਕਰ ਲੈਂਦੇ ਹੋ ਕਿ ਯਾਰ ਇਹ ਕਿਹੜੀ ਸ਼ੈ ਦੇ ਵਿੱਚ ਪੂਰੀ ਬੰਦਿਸ਼ ਕਰ ਲੈਂਦਾ। ਅੱਛਾ, ਪਿਛਲੇ ਦਿਨੋਂ ਇੱਥੇ ਸਾਡੇ ਪੰਜਾਬ ਦੇ ਭੈਣ ਭਰਾ ਆਏ ਹੋਏ ਸੀ
ਇੰਡੀਆ ਪੰਜਾਬ ਚੋਂ, ਤੇ ਉਹਨਾਂ ਨੇ ਵੀ ਤੁਹਾਨੂੰ ਕਾਫੀ ਜ਼ਿਆਦਾ ਐਪਰੀਸ਼ੀਏਟ ਕੀਤਾ। ਤੇ ਜਿਹੜੀ ਤੁਹਾਡੀ ਸ਼ਾਇਰੀ ਤੇ ਕੀਤਾ, ਉਹ ਸ਼ਾਇਰੀ ਜ਼ਰਾ ਤੁਸੀਂ ਸਾਡੀ ਆਡੀਅנס ਦੇ ਨਾਲ ਸ਼ੇਅਰ ਕਰੋਗੇ? ਉਹ ਸ਼ਾਇਰੀ ਆਈ ਇੱਕ ਤਾਂ ਨਜ਼ਮ ਆਈ, ਉਹਦਾ ਉਨਵਾਨ ਆਈ ਪੰਜਾਬੀ, ਕਾਇਮ ਰਵੇ ਤੇ ਸ਼ਾਦ ਪੰਜਾਬੀ, ਨਾਨਕ ਦੀ ਰੂਦਾਦ ਪੰਜਾਬੀ, ਬੁੱਲੇ ਵਾਰਿਸ ਦੀਏ ਬੋਲੀ, ਸਾਡੀ ਕੁੱਲ ਜਾਇਦਾਦ ਪੰਜਾਬੀ, ਸਾਡੀ ਮਾਂ ਬੋਲੀ ਤੇ ਬੈਨ ਏ, ਹਾਏ ਓ ਬੇਇਮਦਾਦ ਪੰਜਾਬੀ, ਅਮਾਰ ਹੁਣ ਗੱਭਰੂ ਜੁੜਦੇ ਜਾਂਦੇ ਨੇ, ਰਾਸੀ ਜ਼ਿੰਦਾਬਾਦ ਪੰਜਾਬੀ। ਇਸ ਤੋਂ ਇਲਾਵਾ ਇੱਕ ਹੋਰ ਨਜ਼ਮ ਆਈ ਜਿਸ 'ਤੇ ਮੈਂ ਸਿੱਖਾਂ ਮੇਰੀ ਛੋਟੀਆਂ ਚੁਮੀਆਂ, ਮੈਨੂੰ ਬੜਾ ਉਹਨਾਂ ਪਿਆਰ ਦਿੱਤਾ। ਉਹਦਾ ਉਨਵਾਨ ਆਈ ਸਾਂਝਾ ਪੰਜਾਬ, ਸਦੀਆਂ ਪਹਿਲੇ ਸਾਡਾ ਖਿੱਤਾ ਖੁਸ਼ ਵੀ ਹਾ ਖੁਸ਼ਹਾਲ ਵੀ ਹਾ। ਇਹ ਤਾਰੀਖ ਦੇ ਨਾਲ ਰਿਲੇਟਡ ਹੈ। ਸਦੀਆਂ ਪਹਿਲੇ ਸਾਡਾ ਖਿੱਤਾ ਖੁਸ਼ ਵੀ ਹਾ ਖੁਸ਼ਹਾਲ ਵੀ ਹਾ, ਹਰ ਇੱਕ ਰੌਣਕ ਰੱਬਾ ਬਖਸ਼ੀ ਮੋਰਾਂ ਵਰਗੀ ਚਾਲ ਵੀ ਹਾ, ਹਿੰਦੂ ਮੁਸਲਿਮ ਸਿੱਖ ਈਸਾਈ ਵਿੱਚ ਪਿਆਰ ਦਾ ਢੇਰ ਕਮਾਲ ਵੀ ਹਾ, ਰੱਬ ਤੇ ਰਾਮ ਦੀ ਇੱਜ਼ਤ ਸਾਜੀ ਹਰ ਇੱਕ ਕਰਦਾ ਬਾਲ ਵੀ ਹਾ, ਹੋਲੀ ਈਦ ਵਿਸਾਖੀ ਹਿੱਕ ਜਾ ਕਿੱਡੇ ਸੋਹਣੇ ਰੰਗਾਂ ਹੁੰਦੇ, ਗੁਰੂ ਦਾ ਘਰ ਤੇ ਮੰਦਿਰ ਮਸਜਿਦ ਇੱਕ ਦੂਜੇ ਦੇ ਸੰਗਾਂ ਹੁੰਦੇ, ਬਦ ਨਜ਼ਰਾਂ ਦੀਆਂ ਨਜ਼ਰਾਂ ਲੱਗੀਆਂ ਇੱਕ ਦੂਜੇ ਤੋਂ ਦੂਰ ਹੋ ਗਏ, ਮਜ਼ਬੀ ਆੜ 'ਚ ਲੜਦਿਆਂ ਸ਼ੀਸ਼ੇ ਵਾਂਗੂ ਚੂਰ ਹੋ ਗਏ, ਇੱਕ ਦੂਜੇ ਦੇ ਖੂਨ ਦੇ ਪਿਆਸੇ ਜੱਗ 'ਚ ਬੂ ਮਸ਼ਹੂਰ ਹੋ ਗਏ, ਸਰਕਾਰਾਂ ਬਸ ਫਾਇਦੇ ਚਾਏ ਨੇ ਜਾਣ ਲਿਆ ਮਜਬੂਰ ਹੋ ਗਏ, 47 ਵਿੱਚ ਚੁੱਪ ਪਾਸੇ ਹੁਣ ਚੀਕਾਂ ਪੈ ਗਈਆਂ ਨੇ ਭਾਈਆ, ਸਾਡੇ ਘਰ ਦੇ ਵਿਹੜੇ ਅੰਦਰ ਲੀਕਾਂ ਪੈ ਗਈਆਂ ਨੇ ਭਾਈਆ, ਰੱਬ ਨੂੰ ਇਹ ਮਨਜ਼ੂਰ ਜੇ ਹੋਇਆ ਪੂਰਾ ਹਰ ਦਾ ਖਾਬ ਹੋ ਜਾਸੀ, ਜੇਲਮ ਰਾਵੀ ਬਿਆਸ ਤੇ ਸਤਲਜ ਨਾਲ ਚਨ੍ਹਾ ਸਹਿਰਾਬ ਹੋ ਜਾਸੀ, ਹੋਲੀ ਈਦ ਵਿਸਾਖੀ ਹਿੱਕ ਜਾ ਦਿਲ ਦਾ ਦੇਸ਼ ਸ਼ਾਦਾਬ ਹੋ ਜਾਸੀ, ਯਮਾਰ ਮੈਂ ਢੋਲ ਦੀ ਥਾਪ ਤੇ ਨੱਚਾਂ ਜਿਸ ਦੇ ਹਿੱਕ ਪੰਜਾਬ ਹੋ ਜਾਸੀ। ਮੁੜ ਹੁੰਦਾ ਕੀ ਪਿਆ, ਅੰਦਰੋਂ ਖੋਟੇ ਫੋੜ ਕੇ ਰਾਜ਼ੀ, ਇੱਕ ਜਾ ਨਹੀਂ ਸਾਨੂੰ ਵਸਣ ਦੇਣਾ, ਵੇਖ ਲਵੀਂ ਸਰਕਾਰਾਂ ਸਾਨੂੰ ਸੱਚ ਨਹੀਂ ਬਿਲਕੁਲ ਦੱਸਣ ਦੇਣਾ। ਵਾਹ ਵਾਹ ਵਾਹ, ਕਮਾਲ ਹੋ ਗਿਆ, ਕਮਾਲ ਹੋ ਗਿਆ। ਬਣਦਾ ਸੀ ਕਿ ਤੁਹਾਡੀ ਚੋਟੀ ਚੁੰਮਦੇ। ਤੇ ਅੱਛਾ, ਮੈਨੂੰ ਇਹ ਦੱਸੋ ਕਿ ਤੁਹਾਡੇ ਅੱਗੇ ਕੀ ਪਲਾਨਸ ਨੇ? ਤੁਸੀਂ ਦੱਸਿਆ ਕਿ ਤੁਸੀਂ ਸ਼ਾਇਰੀ ਦਾ ਬੜਾ ਸ਼ੌਕ ਰੱਖਦੇ ਹੋ ਤੇ ਬਚਪਨ ਤੋਂ ਤੁਸੀਂ ਇਹਦੇ ਤੇ ਕੰਮ ਕਰ ਰਹੇ, 10-12 ਸਾਲ ਹੋਏ ਨੇ, ਤੇ ਇੰਨੀ ਲੰਬੀ ਤੁਹਾਡਾ ਸਫ਼ਰ ਹੈ, ਫਿਰ ਤੁਸੀਂ ਆ ਕੇ ਇੱਥੇ ਪਹੁੰਚੇ ਹੋ, ਤੇ ਤੁਹਾਨੂੰ ਲੱਗਦਾ ਜਿਹੜੀ ਮੰਜ਼ਿਲ ਤੁਸੀਂ ਚਾਹੁੰਦੇ ਸੀ ਉਹ ਤੁਹਾਨੂੰ ਲੱਭ ਗਈ ਹੈ? ਨਹੀਂ, ਮੈਂ ਜਿਹੜੀ ਮੰਜ਼ਿਲ ਚਾਹੁੰਦਾ, ਮੈਂ ਹਾਲੇ ਤੱਕ ਸਫ਼ਰ ਦੇ ਵਿੱਚ ਹਾਂ। ਕੀ ਪਤਾ ਨਹੀਂ ਮੈਨੂੰ ਕਿਹੜਾ ਬੰਦਾ ਉਹ ਗੱਲ ਕਰਦਾ, ਨਹੀਂ ਸ਼ਾਇਦ ਕੋਟੇਸ਼ਨ ਹੀ ਹੈ ਕਿ ਤੁਸੀਂ ਮੰਜ਼ਿਲ ਨੂੰ ਨਾ ਪਹੁੰਚੋ, ਤੁਸੀਂ ਸਫ਼ਰ ਦਾ ਮਜ਼ਾ ਲਓ। ਮੈਂ ਹਾਲੇ ਤੱਕ ਉਹ ਸਫ਼ਰ ਦੇ ਵਿੱਚ ਹੀ, ਔਰ ਮੈਂ ਜਿੱਥੇ ਏਮ ਆਪਣਾ ਪੰਜਾਬੀ ਨੂੰ ਲੈ ਕੇ ਜਾਣਾ ਚਾਹੁੰਦਾ ਨਾ, ਮੈਂ ਉਸ ਜਗ੍ਹਾ 'ਤੇ ਹਾਲੇ ਨਹੀਂ ਪਹੁੰਚਿਆ। ਮੈਂ ਇਹ ਚਾਹੁੰਦਾ ਕਿ ਮੇਰੇ ਪੰਜਾਬ ਦੇ ਵਿੱਚ, ਖਸੂਸਨ ਪੰਜਾਬ ਦੇ ਵਿੱਚ ਮੇਰੀ ਪੰਜਾਬੀ ਛਾ ਜਾਵੇ, ਤੇ ਉਹ ਹਾਲੇ ਤੱਕ ਥੋੜ੍ਹੀ ਢਿੱਲ ਲੱਗਣੀ ਹੈ। ਮੇਰੇ ਹਾਲੇ ਜਿਹੜੇ ਜਵਾਨ ਮੇਰੀ ਹਮ ਉਮਰ ਹੈ ਨਾ, ਉਹ ਉਸ ਚੀਜ਼ ਤੋਂ ਦੂਰ ਜਾ ਰਹੇ ਨੇ, ਉਹਨਾਂ ਨੂੰ ਪਹਿਲੇ ਹਟਾ ਲਵੀਏ ਨਾ ਪਿੱਛਾ, ਉਸ ਤੋਂ ਬਾਅਦ ਇਨਸ਼ਾਅੱਲਾ ਮੇਰੀ ਇੱਕ ਨਜ਼ਮ ਜ਼ਵਾਲ ਉਹ ਮੈਂ ਲਿਖੀ ਆਈ, ਤੁਹਾਨੂੰ ਮੈਂ ਉਹ ਉਹਦਾ ਕੋਈ ਸ਼ਾਇਦ ਤੁਹਾਨੂੰ ਉਹਦੇ ਵਿੱਚ ਕੋਈ ਸਮਝ ਆ ਜਾਵੇ, ਤੁਹਾਨੂੰ ਮੈਂ ਉਹ ਸੁਣਾਉਂਦਾ ਜਿਵੇਂ ਕਿ ਹਰ ਕਿਸੇ ਦੇ ਬਾਲ ਦੀਏ ਕਹਾਣੀ ਸੱਚੀ ਜ਼ਵਾਲ ਦੀ ਏ, ਖੁਦਾਰਾ ਜ਼ਾਇਆ ਨਾ ਹੋਣ ਦੇਵੀਂ ਇਹ ਗੱਲ ਬੜੇ ਹੀ ਮਲਾਲ ਦੀ ਏ, ਰੁੱਤ ਚੜੀਏ ਅਜ਼ਾਬ ਵਰਗੀ ਪੰਜਾਬੀ ਭੁੱਲਣ ਗੁਲਾਬ ਵਰਗੀ, ਅੱਜ ਦੇ ਪੜ੍ਹਿਆਂ ਨੂੰ ਕੌਣ ਦੱਸੇ ਕਿ ਬੋਲੀ ਕੋਈ ਨਹੀਂ ਪੰਜਾਬ ਵਰਗੀ, ਗਲਤ ਨਸਲਾਂ ਨੂੰ ਰਾਹ ਚਲਾਇਆ ਹੈ, ਮਦਾਰੀ ਸਾਨੂੰ ਵਿਸਾ ਚਲਾਇਆ ਹੈ, ਕਿਸੇ ਦੀ ਬੋਲੀ ਨੂੰ ਜਿਬ ਤੇ ਰੱਖ ਕੇ ਤੇ ਆਪਣੀ ਬੋਲੀ ਨੂੰ ਫਾਹ ਚਲਾਇਆ ਹੈ, ਜੋ ਆਪਣੀ ਬੋਲੀ ਤੋਂ ਦੂਰ ਹੋਸੀ ਸ਼ੀਸ਼ੇ ਵਾਂਗੂ ਉਹ ਚੂਰ ਹੋਸੀ, ਤਾਰੀਖ ਵਿੱਚ ਅਮਾਰ ਲਿਖਿਆ ਹੈ ਉਹ ਕੌਮ ਮੁਰਦਾ ਜ਼ਰੂਰ ਹੋਸੀ, ਉਹ ਕੌਮ ਮੁਰਦਾ ਜ਼ਰੂਰ ਹੋਸੀ। ਵਾਹ 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 ਵਾਹ, ਕਮਾਲ ਹੋ ਗਿਆ, ਕੌਮ ਮੁਰਦਾ ਜ਼ਰੂਰ ਹੋਸੀ। ਅਮਾਰ, ਮੈਂ ਪੁੱਛਣਾ ਚਾਹਾਂਗੀ ਕਿ ਤਾਲੀਮ ਕਿੱਡੀ ਜ਼ਰੂਰੀ ਹੈ ਨੌਜਵਾਨਾਂ ਵਾਸਤੇ? ਤਾਲੀਮ ਬੇਸਿਕ ਤੁਹਾਡੀ ਨੀਡ ਹੈ। ਤਾਲੀਮ ਨਾਲ ਤੁਸੀਂ ਸਾਰੀ ਦੁਨੀਆ ਨੂੰ ਫਤਹ ਕਰ ਸਕਦੇ ਹੋ। ਅਗਰ ਤੁਸੀਂ ਤਾਲੀਮ ਨਹੀਂ ਲੈ ਸਕਦੇ, ਪੰਜਾਬੀ ਮਗਰ ਭੱਜੋ, ਜਾਂ ਮੈਂ ਕਤਈ ਤੌਰ 'ਤੇ ਆਪਣੀ ਕੌਮ ਨੂੰ, ਆਪਣੇ ਜਵਾਨਾਂ ਨੂੰ ਇਹ ਨਹੀਂ ਆਂਦਾ ਕਿ ਯਾਰ ਤੁਸੀਂ ਇੰਗਲਿਸ਼ ਦੂਰ ਹੋ ਜਾਓ, ਉਰਦੂ ਦੂਰ ਹੋ ਜਾਓ, ਪੰਜਾਬੀ ਤੂੰ ਜਿਹੜਾ ਤੁਹਾਡਾ, ਤੁਸੀਂ ਪੰਜਾਬੀ ਦਾ ਗਲਾ ਨਾ ਘੁੱਟੋ, ਸਾਰੀਆਂ ਜ਼ਬਾਨਾਂ ਸਿੱਖੋ, ਹਿੰਦੀ ਸਿੱਖੋ, ਫਾਰਸੀ ਸਿੱਖੋ, ਲੇਕਿਨ ਆਪਣੇ ਕਲਚਰ ਤੋਂ ਦੂਰ ਨਾ ਹੋਵੋ, ਆਪਣੇ ਕਲਚਰ ਆਪਣੀ ਸਕਾਫਤ ਤੋਂ ਦੂਰ ਨਾ ਹੋਵੇ। ਅਗਰ ਤੁਸੀਂ ਆਪਣੀ ਸਕਾਫਤ ਔਰ ਆਪਣੇ ਵਿਰਸੇ ਦੂਰ ਹੋ ਜਾ ਸਕੇ, ਤੁਸੀਂ ਖਤਮ ਹੋ ਜਾਣਾ, ਤੁਹਾਡੀ ਪਹਿਚਾਣ ਖਤਮ ਹੋ ਜਾਣੀ ਹੈ, ਤੁਹਾਡੀ ਸਾਮਰੀਅਤ ਖਤਮ ਹੋ ਜਾਣੀ ਹੈ। ਤੁਹਾਡੀ ਮੈਂ ਪਗੜੀ ਜਿਹੜੀ ਸਾਡੀ 47 ਦੀ ਸਾਡੀ ਪਗੜੀ ਦਾ ਉਹਨਾਂ ਬੜਾ ਅੰਗਰੇਜ਼ਾਂ ਜ਼ਾਨ ਕੀਤਾ। ਹੁਣ ਅੰਗਰੇਜ਼ਾਂ ਦੇ ਬਣਾਏ ਖਲੀਫੇ ਜਿਹੜੇ ਹਨ ਉਹ ਸਾਡੀ ਚੁੰਨੀ ਦਾ ਜ਼ਾਨ ਕਰ ਰਹੇ ਨੇ। ਸਾਡੀ ਔਰਤਾਂ ਦੇ ਸਿਰ ਤੋਂ ਉਹਨਾਂ ਨੇ ਚੁੰਨੀ ਖੋਹ ਲਈ ਹੈ। ਅੰਗਰੇਜ਼ਾਂ ਨੇ ਸਾਡੀ ਪਗੜੀਆਂ ਨੂੰ ਬੈਰਿਆਂ ਦੇ ਸਿਰ 'ਤੇ ਰੱਖਿਆ, ਵੇਟਰਾਂ ਦੇ ਸਿਰ 'ਤੇ ਰੱਖਿਆ, ਸਾਡੀ ਵਕਾਰ ਸਾਡੇ ਕੋਲੋਂ ਨਾ ਖੋਹ ਲਿਆ। ਹੁਣ ਸਾਡੀਆਂ ਔਰਤਾਂ ਕੋਲੋਂ ਸਾਡੀ ਚੁੰਨੀ ਖੋਹ ਰਹੇ ਨੇ। ਔਰ ਇਹ ਸ਼ਾਇਦ ਕੋਈ ਬਾਰੀਕ ਬੰਦਾ ਇਸ ਗੱਲ ਨੂੰ ਜੱਜ ਕਰ ਸਕਦਾ ਹੈ। ਅਸੀਂ ਇਸ ਚੀਜ਼ ਤੋਂ ਬੜਾ ਦੂਰ, ਅਸੀਂ ਲਿਬਰਲ ਹੋ ਗਏ ਹਾਂ। ਅਸੀਂ ਇਹ ਸਮਝਦੇ ਹਾਂ ਕਿ ਅਸੀਂ ਠੀਕ ਰਾਹ ਚੱਲ ਰਹੇ ਹਾਂ। ਮੇਰਾ ਜਿਸਮ ਮੇਰਾ ਮਰਜ਼ੀ ਵਾਲੇ ਜਿੰਨੇ ਵੀ ਲੋਕ ਨੇ ਉਹ ਸਮਝਦੇ ਨੇ ਅਸੀਂ ਠੀਕ ਰਾਹ ਚੱਲ ਰਹੇ ਹਾਂ। ਵੱਲਾ ਬਾ ਖੁਦਾ, ਤੁਸੀਂ ਮੈਂ ਜਿਹੜੀ ਪ੍ਰੈਡਿਕਸ਼ਨ ਵੇਖ ਰਿਹਾ, ਮੈਂ ਅੱਜ 30 ਸਾਲ ਬਾਅਦ ਤੁਹਾਨੂੰ ਗੱਲ ਦੱਸ ਦੇਵਾਂ, ਮੈਂ ਪ੍ਰੈਡਿਕਸ਼ਨ ਦੇ ਰਿਹਾ ਕਿ ਤੁਸੀਂ ਪੰਜਾਬ ਜਿਤਨਾ ਹੈ, ਪੰਜਾਬੀ ਦੇ ਜਿਤਨੇ ਨੌਜਵਾਨ ਨੇ, ਪੰਜਾਬੀ ਦੀਆਂ ਆਉਣ ਨਸਲਾਂ 30 ਸਾਲ ਬਾਅਦ ਛੋਟੇ ਛੋਟੇ ਡਰੈਸਾਂ ਦੇ ਵਿੱਚ ਤੁਹਾਨੂੰ ਨਾ ਲੱਭਣਾ। ਅਤੇ ਮੈਨੂੰ ਕਿਸੇ ਦੀ ਪੰਜਾਬ ਦੇ
ਕੋਨੇ ਦੇ ਵਿੱਚ ਦੁਨੀਆ ਦੇ ਕੋਨੇ ਵਿੱਚ ਲੱਭ ਕੇ ਮੈਨੂੰ ਹਮਰਾ ਹਾਲ ਦੇ ਵਿੱਚ ਆ ਕੇ ਇੱਥੇ ਕਿਦਾਈਆਂ ਜਗ੍ਹਾ ਤੱਕ ਫਾਂਸੀ ਦੇ ਦੇਵੇ ਕਿ ਮੈਂ ਝੂਠ ਬੋਲਿਆ। ਸਾਡੀ ਆਖਰੀ ਸਦੀ ਹੈ ਪੰਜਾਬੀਆਂ ਦੀ, ਅਗਰ ਅਸੀਂ ਆਪਣੇ ਆਪ ਨੂੰ ਨਾ ਸੰਭਾਲਿਆ ਤਾਂ ਤੁਸੀਂ ਖਤਮ ਹੋ ਜਾਣਾ, ਵੱਲਾ ਬਾਖੁਦਾ ਖਤਮ ਹੋ ਜਾਣਾ। ਤੇ ਤੁਸੀਂ ਕੀ ਕਰ ਰਹੇ ਹੋ ਤਾਲੀਮ ਨੂੰ ਲੈ ਕੇ ਆਪਣਾ? ਮੈਂ ਫਾਰਮ ਡੀ ਕਰ ਰਿਹਾ, ਡਾਕਟਰ ਬਣ ਰਿਹਾ ਔਰ ਆਪਣੇ ਰੋਜ਼ਗਾਰ ਵਾਸਤੇ ਕਰ ਰਿਹਾ, ਕਿਉਂਕਿ ਤਾਲੀਮ ਬੜੀ ਜ਼ਰੂਰੀ ਹੈ ਕਿਸੇ ਵੀ ਤੇ ਜਨਰੇਸ਼ਨ। ਡਾਕਟਰੀ ਤੇ ਸ਼ਾਇਰੀ ਮੈਨੇਜ ਕਰਨਾ ਕਿੰਨਾ ਕੁ ਮੁਸ਼ਕਲ ਜਾਂ ਕਿੰਨਾ ਕੁ ਆਸਾਨ ਹੈ ਤੁਹਾਡੇ ਲਈ? मेरे लिए मेरे वास्ते कोई नहीं मुश्किल। ये शायरी नू इतना तुसी मेरा ज़ौक है और मेरा शौक है, इनू शौक दी हद तक रखो यार। रोज़गार नहीं है तुहाडा, शायरी एक फन है और फन नू तुसी अपनी कमाई दा जरिया ना बनाओ, कमाई दा जरिया तुसी अपना नवां ढूंढो। जेह्ड़ा तुहाडे एक अंदर दूसरा इंसान एक शायर है तुहाडे अंदर, एक उस तो इलावा तुहाडे अपनी ज़िंदगी है, पर्सनल लाइफ है, तुसी अपनी पर्सनल लाइफ नू लैके टुरो। जेह्ड़ा तुहाडे अपने रोज़गार ने गल तुसां नस्लन डील करना है, इस वास्ते पढ़ाई बड़ी ज़रूरी है। पढ़ाई नू लैके टुरना चाहिए और पढ़ना चाहिए। अच्छा हमार, हम आपका ज़्यादा टाइम नहीं लेंगे। आखिर में मैं पूछना चाहूँगी कि जिस तरह के लगा कि आपका कल्चर से बहुत ज़्यादा लगा हुआ है, अपने सकाफ़त से, अपने अदब से, तो क्या आपने तारीख़ को लेके कुछ लिखा है? तारीख तो मेरी बल्कि मेरी नज़र में उस उनवान ही तारीख है। ਉਹ ਮੈਂ ਤੁਹਾਨੂੰ ਸੁਣਾਉਂਦਾ ਕਿ ਅਸੀਂ ਹਾਂ ਸੁੱਤੇ ਮੁਗਲ ਮਰਾ ਕੇ, ਗੁਲਾਮ ਬਣ ਕੇ ਤੇ ਸਿਰ ਝੁਕਾ ਕੇ, ਅਸਾਂ ਤਾਂ ਹਾਕਿਮ ਰੰਗੂਨ ਗੱਲੇ ਤੇ ਬਚਿਆ ਕੁਝ ਵੀ ਨਹੀਂ ਸਾਡੇ ਪੱਲੇ। ਦਿਲੇਰ ਲੋਕ ਹਨ ਜੋ ਹੱਥੀ ਆਪਣੇ ਮਰਾ ਕੇ ਹੱਟੇ, ਭੁਲਾ ਕੇ ਹੱਟੇ, ਅਸਾਂ ਨੇ ਟੀਪੂ ਦਾ ਸਾਥ ਕੀਤਾ, ਜਸ਼ਨ ਮਨਾਇਆ ਇੰਤਜ਼ਾਮ ਪੀਤਾ। ਅਸਾਂ ਨੂੰ ਜਿਸ ਵੀ ਆਜ਼ਾਦ ਹੋਵਣ ਦਾ ਰਾਹ ਵਿਖਾਇਆ, ਗਦਾਰ ਸਦਿਆ ਜ਼ਮੀਨ ਦੇ ਕੇ ਫਿਰੰਗੀ ਕਈ ਨੂੰ ਬਸ਼ਰ ਮਰਾਇਆ, ਗਦਾਰ ਸਦਿਆ ਖਰਲ ਮਰਾਇਆ, ਭਗਤ ਮਰਾਇਆ, ਅਸਾਂ ਨੇ ਕਈ ਦਾ ਵੀ ਸਾਥ ਦਿੱਤਾ। ਜਗੀਰਾਂ ਲੈ ਕੇ ਜ਼ਮੀਰ ਵਿੱਚ ਅਸਾਂ ਨੇ ਕਈ ਦਾ ਵੀ ਸਾਥ ਦਿੱਤਾ। ਆਜ਼ਾਦੀ ਨਾਂ ਦੀ ਮਿਲੀ ਜੇ ਸਾਨੂੰ, ਗੁਲਾਮੀ ਜ਼ੇਨ 'ਚ ਖਲੋਤੀ ਰਹੀਏ, ਤੁਹਾਡੇ ਹੁਕਮਾਂ 'ਤੇ ਸਿਰ ਝੁਕਾਇਆ, ਸਲਾਮੀ ਜ਼ੇਨ 'ਚ ਖਲੋਤੀ ਰਹੀਏ। ਅਸਾਂ ਤਾਂ ਕਾਇਦ ਵੀ ਆਪ ਮਾਰਾ ਹੈ, ਲਿਆਕਤ ਅਲੀ ਨੂੰ ਆਪ ਮਾਰਾ ਹੈ। ਅਸਾਨੂੰ ਹਾਕਿਮ ਨੇ ਜੋ ਪੜ੍ਹਾਇਆ, ਅਸੀਂ ਉਹ ਚੁੱਪ ਚਾਪ ਰੱਟ ਗਏ ਉਸੇ। ਜਨਾਹ ਦੀ ਧੀ ਨੂੰ, ਮਿਲਤ ਦੀ ਮਾਂ ਨੂੰ ਗਦਾਰ ਆਖਣ 'ਤੇ ਡਟ ਗਏ ਉਸੇ। ਅਸਾਂ ਨਹੀਂ ਹੱਕ ਸੱਚ ਦਾ ਸਾਥ ਦਿੱਤਾ, ਅਸਾਂ ਵਤਨ ਦੀ ਨਹੀਂ ਖੈਰ ਮੰਗੀ। ਅਸਾਂ ਨੇ ਨਸਲਾਂ ਦਾ ਸੋਚਿਆ ਵੀ ਤੇ ਆਪਣੇ ਤਨ ਦੀ ਨਹੀਂ ਖੈਰ ਮੰਗੀ। ਅਸਾਂ ਤਰੱਕੀ ਦਾ ਸੋਚਿਆ ਨਹੀਂ, ਕਮਾਲ ਪਾਸੇ ਤੇ ਜਾ ਵਗਾਇਆ। ਮੁਜੀਬ ਭੁੱਟੋ ਦੀ ਜੰਗ ਦੇ ਅੰਦਰ ਬੰਗਾਲ ਪਾਸੇ ਤੇ ਜਾ ਵਗਾਇਆ। ਮਲੂ ਪਿਵਾਲਾ ਹਰ ਇੱਕ ਨੂੰ ਆਪਣਾ ਸੁਰੀਲੇ ਨਾਜ਼ਾਂ ਦਾ ਜਾਮ ਬਣ ਕੇ। ਅਸਾਂ ਗੁਜ਼ਾਰੀ ਹੈ ਜ਼ਿੰਦਗੀ ਜੋ ਵਫਾ ਦਾ ਪੈਕਰ ਗੁਲਾਮ ਬਣ ਕੇ। ਖੁਦਾਰਾ ਜਾਗੋ, ਖੁਦਾਰਾ ਸੋਚੋ, ਇਹ ਮੁਲਕ ਬਾਰੇ ਦੁਬਾਰਾ ਸੋਚੋ। ਆਜ਼ਾਦੀ ਮੰਗੋ ਲੁਟੇਰਿਆਂ ਤੂੰ, ਇਹ ਮੌਸਮੀ ਜੈ ਬਟੇਰਿਆਂ ਤੂੰ। ਖਲੋਵੋ ਪੈਰਾਂ ਦੇ ਭਾਰ ਆਪਣੇ, मुकद्दर अपने सुधार अपने। बहुत कमाल अमार, बहुत कमाल। आप चंद लाइनों में वो सारी जो है काली तारीख़ बता गए हैं जो कि आवाम के मुंह पे एक तमाचा है कि होश के नाखून लें और सोच समझ कर आगे बढ़ें। वेल, इसी के साथ ही अपनी मेज़बान हुस्ना तारिक को इजाज़त दीजिए। कल मिलेंगे किसी नई जगह पर, किसी नई स्टोरी के साथ। तब तक अल्लाह हाफ़िज़।